ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਦੇ ਸ਼ੋਅ ਦੀ ਓਵਰਵਿਊ ਵਿੱਚ ਤੁਹਾਡਾ ਸਵਾਗਤ। ਅੱਜ ਆਪਾਂ ਤਿੰਨ ਮਸਲਿਆਂ ਉੱਪਰ ਗੱਲ ਕਰਾਂਗੇ। ਵੱਡਾ ਬਹੁਮਤ ਹੋਣ ਕਰਕੇ ਭਾਵੇਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ 'ਚ ਆਪ ਸਰਕਾਰ ਨੂੰ ਕੋਈ ਇਮੀਡੀਏਟ ਖਤਰਾ ਨਹੀਂ, ਪਰ ਕਈ ਪੱਖੋਂ ਖਤਰੇ ਦੀਆਂ ਘੰਟੀਆਂ ਜਿਹੜੀਆਂ ਵਾ ਉਹ ਸੁਣਾਈ ਦੇਣ ਲੱਗ ਪਈਆਂ ਨੇ। ਇਹਨਾਂ ਨੂੰ ਅਣਗੌਲਿਆਂ ਕਰਨਾ, ਨਜ਼ਰਅੰਦਾਜ਼ ਕਰਨਾ ਗਲਤ ਹੀ ਹੋਵੇਗੀ। ਇਹ ਸਭ ਕੁਝ ਸ਼ੁਰੂ ਹੋਇਆ ਰਾਜ ਸਭਾ ਦੀ ਨੋਮੀਨੇਸ਼ਨ ਤੋਂ। ਉਸ ਤੋਂ ਬਾਅਦ ਫਿਰ ਲਗਾਤਾਰ ਇਹ ਧਾਰਨਾ ਜ਼ੋਰ ਫੜ ਰਹੀ ਹੈ ਕਿ ਪੰਜਾਬ ਸਰਕਾਰ ਦਿੱਲੀ ਸਰਕਾਰ ਦੇ ਅਧੀਨ ਹੈ। ਪਹਿਲੋਂ ਪੰਜਾਬ ਅਤੇ ਦਿੱਲੀ ਦਰਮਿਆਨ ਨੌਲੇਜ ਸ਼ੇਅਰਿੰਗ ਸਮਝੌਤੇ ਉੱਪਰ ਦਸਤਖਤ ਕੀਤੇ ਗਏ ਅਤੇ ਹੁਣ ਰਾਘਵ ਚੱਡਾ ਦੀ ਅਗਵਾਈ ਵਾਲੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਵਾ। ਸੋਸ਼ਲ ਮੀਡੀਆ ਦੇ ਯੁੱਗ 'ਚ ਇਹ ਗੱਲਾਂ ਸਿਰਫ ਵਿਰੋਧੀ ਖੇਮਿਆਂ ਤੱਕ ਸੀਮਿਤ ਨਹੀਂ ਰਹਿੰਦੀਆਂ। ਆਮ ਲੋਕ ਵੀ ਗੱਲਾਂ ਕਰਦੇ ਨੇ ਕਿ ਆਪ ਨੂੰ 92 ਸੀਟਾਂ ਜਿਤਾਉਣ ਦੇ ਬਾਅਦ ਵੀ ਪੰਜਾਬ ਸਰਕਾਰ 'ਚ ਬਾਹਰੋਂ ਦਖਲ ਕਿਉਂ। ਇਸ ਦੇ ਨਾਲ ਹੀ ਸੰਬੰਧਿਤ ਹੈ ਮੱਤੇਵਾੜਾ ਜੰਗਲ ਨੇੜੇ ਅਤੇ ਸਤਲੁਜ ਉੱਪਰ ਬਣਨ ਵਾਲੇ ਟੈਕਸਟਾਈਲ ਪਾਰਕ ਦਾ ਮਸਲਾ। ਜਿਸ ਢੰਗ ਨਾਲ ਪੰਜਾਬ ਸਰਕਾਰ ਨੂੰ ਇਸ ਨੂੰ ਰੱਦ ਕਰਨਾ ਪਿਆ, ਉਸ ਤੋਂ ਜ਼ਾਹਿਰ ਹੈ ਕਿ ਜੇ ਕਿਸੇ ਮਸਲੇ ਉੱਤੇ ਸਰਬਪੱਖੀ ਵਿਉਂਤਬੰਦੀ ਕੀਤੀ ਜਾਵੇ ਤੇ ਲੋਕ ਸ਼ਕਤੀ ਦਾ ਇਜ਼ਹਾਰ ਹੋਵੇ ਤਾਂ ਕਿਵੇਂ ਪਹਾੜ ਵੀ ਜਿਹੜਾ ਵਾ ਉਹ ਢਹਿ ਸਕਦਾ ਵਾ। ਇਹਦਾ ਮਤਲਬ ਇਹ ਵੀ ਹੈ ਕਿ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲ ਨਹੀਂ ਸਕਦੀ। ਦੂਜੇ ਪਾਸੇ ਆਪਣੇ ਗੁਆਂਢੀ ਮੁਲਕ ਸ੍ਰੀਲੰਕਾ 'ਚ ਵਿੱਤੀ ਸੰਕਟ ਲਈ ਜ਼ਿੰਮੇਵਾਰ ਰਾਸ਼ਟਰਪਤੀ ਨੂੰ ਲੋਕਾਂ ਦਾ ਗੁੱਸਾ ਦੇਖਦੇ ਹੋਏ, ਉਹਦਾ ਸਾਹਮਣਾ ਕਰਦੇ ਹੋਏ ਮੁਲਕ ਜਿਹੜਾ ਵਾ ਉਹ ਛੱਡਣਾ ਪਿਆ, ਭੱਜਣਾ ਪਿਆ ਉੱਥੋਂ। ਇਸ ਦਾ ਸਾਡੇ ਵਾਸਤੇ ਕੀ ਸੁਨੇਹਾ ਹੈ, ਮੈਂ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਗੱਲਾਂ ਦਾ ਵਿਸ਼ਲੇਸ਼ਣ ਕਰੂੰਗਾ। ਪਹਿਲੋਂ ਆਪਾਂ ਗੱਲ ਕਰਦੇ ਹਾਂ ਆਪ ਸਰਕਾਰ ਕਿਵੇਂ ਸਾਰੇ ਪਾਸਿਓਂ ਆ ਰਹੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਆਪ ਨੂੰ ਹੀ ਕਮਜ਼ੋਰ ਕਰ ਰਹੀ ਹੈ। ਆਪ ਸਰਕਾਰ ਕਿਵੇਂ ਆਪਣਾ ਹੀ ਨੁਕਸਾਨ ਕਰਨ 'ਤੇ ਤੁਲੀ ਹੋਈ ਹੈ। 4 ਮਹੀਨੇ ਪਹਿਲੋਂ, ਕਰੀਬ 4 ਮਹੀਨੇ ਪਹਿਲੋਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ ਜਿਤਾਇਆ। ਪਿਛਲੀ ਵਾਰੀ 2017 ਦੇ ਵਿੱਚ ਉਹਨਾਂ ਕੋਲ 20 ਸੀਟਾਂ ਸੀ, ਕਿ 92 ਸੀਟਾਂ। ਔਰ ਇਸ ਕਰਕੇ ਕੀਤਾ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਹਾਂ, ਕਿ ਲੋਕੀ ਕਾਂਗਰਸ ਤੋਂ, ਅਕਾਲੀ ਦਲ ਤੋਂ, ਭਾਜਪਾ, ਉਹਨਾਂ ਦੀਆਂ ਨੀਤੀਆਂ ਤੋਂ, ਉਹਨਾਂ ਦੀ ਕਾਰਗੁਜ਼ਾਰੀ ਤੋਂ ਲੋਕੀ ਅੱਕੇ ਹੋਏ ਸੀ। ਉਹਨਾਂ ਨੂੰ ਲੱਗਾ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੀਏ। ਔਰ ਸੋਨੇ 'ਤੇ ਸੁਹਾਗਾ ਉਦੋਂ ਹੋ ਗਿਆ ਜਦੋਂ ਇੱਕ ਮੌਕੇ ਦੇ ਨਾਲ ਮੁੱਖ ਮੰਤਰੀ ਦਾ ਚਿਹਰਾ ਇੱਕ ਪੰਜਾਬੀ ਨੂੰ, ਭਗਵੰਤ ਮਾਨ ਨੂੰ, ਜਿਹਨੂੰ ਲੋਕਾਂ ਨੇ ਪਰਖਿਆ ਹੋਇਆ ਸੀ, ਉਹਨੂੰ ਬਣਾ ਦਿੱਤਾ, ਉਹਨੂੰ ਚਿਹਰਾ ਅਨਾਊਂਸ ਕਰ ਦਿੱਤਾ। ਸੋ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ, ਬਹੁਤ ਵੱਡੀ ਜਿੱਤ, ਇਤਿਹਾਸਿਕ ਜਿੱਤ ਹਾਸਲ ਕੀਤੀ। ਅਤੇ ਸ਼ੁਰੂ ਦੇ ਵਿੱਚ ਕਾਰਗੁਜ਼ਾਰੀ ਜਿਹੜੀ ਸੀ, 2-4 ਗਲਤੀਆਂ ਜ਼ਰੂਰ ਹੋਈਆਂ, ਲੇਕਿਨ ਕਾਰਗੁਜ਼ਾਰੀ ਜਿਹੜੀ ਸੀ ਉਹ ਚੰਗੀ ਮੰਨੀ ਗਈ, ਕਿਉਂਕਿ ਭ੍ਰਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ, ਹੈਲਪਲਾਈਨ ਭ੍ਰਸ਼ਟਾਚਾਰ ਦੇ ਖਿਲਾਫ ਚਲਾਈ ਗਈ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਤੋਂ ਬਾਅਦ ਦੂਜੀ ਗਲਤੀ, ਤੀਜੀ ਗਲਤੀ ਹੁੰਦੀ ਗਈ। ਹੁਣ ਤੱਕ 7-8 ਇਹੋ ਜਿਹੀਆਂ ਮੈਂ ਕਹੂੰਗਾ ਵੀ ਬਹੁਤ ਵੱਡੀਆਂ ਗਲਤੀਆਂ ਸਰਕਾਰ ਕਰ ਬੈਠੀ। ਹਰ ਮਹੀਨੇ, ਹਾਲੀ 4 ਮਹੀਨੇ ਹੋਏ, ਹਰ ਮਹੀਨੇ 1 ਜਾਂ 2 ਵੱਡੀਆਂ ਗਲਤੀਆਂ ਸਰਕਾਰ ਕਰ ਰਹੀ ਹੈ। ਉਹਦਾ ਅਸਰ ਇਹ ਹੁੰਦਾ ਵੀ ਜਿਹੜਾ ਚੰਗਾ ਕੰਮ ਵੀ ਕੀਤਾ ਉਹ ਜਿਹੜਾ ਵਾ ਉੱਤੇ ਵੀ ਪਾਣੀ ਫਿਰ ਜਾਂਦਾ ਵਾ। ਸਭ ਤੋਂ ਪਹਿਲੀ ਗਲਤੀ ਮੇਰਾ ਖਿਆਲ ਹੈ, ਜਿਸ ਵੇਲੇ ਮਾਰਚ ਦੇ ਵਿੱਚ ਹੀ ਸਰਕਾਰ ਬਣਨ ਦੇ ਕਰੀਬ 10 ਦਿਨਾਂ ਦੇ ਵਿੱਚ ਰਾਜ ਸਭਾ ਦੇ 5 ਮੈਂਬਰ ਜਿਹੜੇ ਸੀ ਉਹਨਾਂ ਨੂੰ ਨੋਮੀਨੇਟ ਕਰਨਾ ਪਿਆ। ਔਰ ਉਹ 5 ਦੇ ਵਿੱਚ ਜਿਹੜੇ 4 ਨਾਂ ਸੀ ਉਹਨਾਂ 'ਤੇ ਇਤਰਾਜ਼ ਹੋਣ ਲੱਗ ਪਏ, ਕਿੰਤੂ ਪ੍ਰੰਤੂ ਹੋਣ ਲੱਗ ਪਿਆ। 2 ਤਾਂ ਦਿੱਲੀ ਤੋਂ ਸੀ, ਰਾਘਵ ਚੱਡਾ ਔਰ ਸੰਦੀਪ ਪਾਠਕ। ਠੀਕ ਹੈ, ਪਾਰਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੋਊਗਾ, ਲੇਕਿਨ ਲੋਕੀ ਪੁੱਛਦੇ ਸੀ ਵੀ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ। ਇਸ ਤੋਂ ਇਲਾਵਾ ਜਿਹੜੇ ਬਾਕੀ 2 ਸੱਜਣ ਸਨ, ਅਸ਼ੋਕ ਮਿੱਤਲ ਔਰ ਸੰਜੀਵ ਅਰੋੜਾ, ਪੰਜਾਬ ਦੇ ਨੇ, ਇੱਕ ਸਿੱਖਿਆ ਨਾਲ ਜੁੜਿਆ ਹੋਇਆ ਵਾ, ਔਰ ਦੂਸਰਾ ਉਦਯੋਗਪਤੀ ਆ। ਲੇਕਿਨ ਉਹਨਾਂ ਨੂੰ ਵੀ ਲੋਕਾਂ ਨੂੰ ਲੱਗਾ ਕਿ ਇਹਨਾਂ ਦਾ ਲੋਕਾਂ ਪ੍ਰਤੀ, ਲੋਕਾਂ ਦੇ ਵਿੱਚ ਇਹਨਾਂ ਦਾ ਕੋਈ ਵੱਡਾ ਯੋਗਦਾਨ ਨਹੀਂ। ਠੀਕ ਹੈ, ਵੱਡੇ ਇੰਡਸਟਰੀਲਿਸਟ ਆ, ਵੱਡੇ ਸਿੱਖਿਆ ਦੇ ਮਾਹਰ ਨੇ। ਸੋ ਇਸ ਕਰਕੇ ਲੋਕਾਂ ਨੂੰ ਲੱਗਾ ਕਿ ਇਹ ਜੋ ਸਰਕਾਰ ਕਰ ਰਹੀ ਆ, ਜੋ ਆਮ ਆਦਮੀ ਪਾਰਟੀ ਕਰ ਰਹੀ ਹੈ, ਉਹ ਸਹੀ ਨਹੀਂ। ਅਗਲੇ ਮਹੀਨੇ ਹੀ ਫਿਰ, ਇਹ ਮਾਰਚ ਦੀ ਗੱਲ ਹੈ, ਅਪ੍ਰੈਲ ਦੇ ਵਿੱਚ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋ ਗਿਆ। ਇਹ ਮੈਂ ਇਸ ਕਰਕੇ ਦੁਹਰਾ ਰਿਹਾ ਸਾਰੀਆਂ ਗੱਲਾਂ, ਕਿਉਂਕਿ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵਾਂ ਮੈਂ ਉਹ ਤੁਹਾਨੂੰ ਐਕਸਪਲੇਨ ਕਰਦਾ ਵੀ ਮੈਂ ਉਹ ਕਿਉਂ ਕਹਿ ਰਿਹਾ ਵਾਂ, ਕਿਉਂਕਿ ਲੋਕੀ ਹੈਰਾਨ ਹੋਣਗੇ ਵੀ ਪਾਰਟੀ ਆਪਣਾ ਨੁਕਸਾਨ ਕਿਵੇਂ ਕਰ ਰਹੀ ਹੈ। ਸੋ ਨੌਲੇਜ ਸ਼ੇਅਰਿੰਗ ਐਗਰੀਮੈਂਟ ਅਪ੍ਰੈਲ ਦੇ ਵਿੱਚ ਸਾਈਨ ਹੋਇਆ। ਉਦੋਂ ਵੀ ਲੋਕਾਂ ਨੂੰ ਲੱਗਾ ਕਿ ਪੰਜਾਬ ਦੇ ਵਿੱਚ ਇੰਨੇ ਪੜ੍ਹੇ ਲਿਖੇ ਲੋਕ ਬਾਹਰ ਵੀ ਰਹਿੰਦੇ ਆ, ਬੜੇ ਉੱਚੇ ਅਹੁਦਿਆਂ 'ਤੇ ਆ, ਵਰਲਡ ਬੈਂਕ ਦੇ ਵਿੱਚ ਹੀ ਲੋਕਾਂ ਨੇ ਕੰਮ ਕੀਤਾ ਵਾ, ਔਰ ਉਹਨਾਂ ਤੋਂ ਸਲਾਹ ਲੈਣ ਦੀ ਬਜਾਏ ਉਹਨਾਂ ਦੀ ਮਾਹਰਤਾ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਦਿੱਲੀ ਤੋਂ ਹੁਣ ਨੌਲੇਜ ਸ਼ੇਅਰ ਕਰਨੀ ਹੈ। ਸੋ ਉਹਦਾ ਵੀ ਇਤਰਾਜ਼ ਹੋਇਆ। ਇਹ ਹੈਗੀ ਅਪ੍ਰੈਲ ਦੀ ਗੱਲ। ਮਈ ਦੇ ਵਿੱਚ ਅਨਾਊਂਸਮੈਂਟ ਆਈ ਕਿ ਪੰਜਾਬ ਸਿੱਖਿਆ ਖੇਤਰ ਦੇ ਵਿੱਚ ਪੰਜਾਬ ਨੇ ਅੱਗੇ ਨਾਲੋਂ ਕਾਫੀ ਬਿਹਤਰੀ ਹਾਸਲ ਕੀਤੀ ਆ, ਔਰ ਮੁਲਕ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ, ਸਿੱਖਿਆ ਦੇ ਖੇਤਰ ਦੇ ਵਿੱਚ, ਕੁਝ ਫੀਲਡਸ ਦੇ ਵਿੱਚ, ਕੁਝ ਸਟਰੀਮਸ ਦੇ ਵਿੱਚ ਪੰਜਾਬ ਬਹੁਤ ਚੰਗਾ ਕਰ ਰਿਹਾ, ਨੰਬਰ 1 ਅਵਲ ਦਰਜੇ 'ਤੇ ਪਹੁੰਚ ਗਿਆ।
ਇਹ ਬੇਸਿਕਲੀ ਪਿਛਲੇ 3-4 ਸਾਲਾਂ ਦੇ ਵਿੱਚ ਇੱਕ ਬਿਹਤਰੀ ਨਜ਼ਰ ਆਉਂਦੀ ਹੈ ਸਰਕਾਰੀ ਸਿੱਖਿਆ ਦੇ ਢਾਂਚੇ ਦੇ ਵਿੱਚ। ਲੇਕਿਨ ਆਮ ਆਦਮੀ ਪਾਰਟੀ ਕਿਉਂਕਿ ਉਹ ਦਿੱਲੀ ਦਾ ਮਾਡਲ ਇੱਥੇ ਇੰਪਲੀਮੈਂਟ ਕਰਨਾ ਚਾਹੁੰਦੀ ਸੀ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਰਵੇ ਆਇਆ ਵਾ, ਜਿਹੜਾ ਪੰਜਾਬ ਨੂੰ ਅਵਲ ਦਰਜੇ ਤੇ ਲਿਆ ਰਿਹਾ ਵਾ, ਦਿੱਲੀ ਨੂੰ ਪੰਜਾਬ ਤੋਂ ਪਿੱਛੇ ਕੀਤਾ ਵਾ, ਇਹ ਫੇਕ ਹੈ, ਇਹ ਸਹੀ ਨਹੀਂ। ਸੋ ਟੀਚਰਸ ਨੂੰ, ਹੋਰ ਜਿਹੜੇ ਲੋਕੀ ਸਿੱਖਿਆ ਦੇ ਅਦਾਰਿਆਂ ਨਾਲ ਜੁੜੇ ਨੇ, ਉਹਨਾਂ ਨੂੰ ਬੜਾ ਬੁਰਾ ਲੱਗਾ ਕਿ ਆਪਣੀ ਜਿਹੜੀ ਅਚੀਵਮੈਂਟ ਆ ਅਸੀਂ ਉਹਨੂੰ ਹੀ ਨਜ਼ਰਅੰਦਾਜ਼ ਕਰ ਰਹੇ ਹਾਂ, ਅਸੀਂ ਉਹਨੂੰ ਹੀ ਨਕਾਰ ਰਹੇ ਹਾਂ। ਔਰ ਉਸ ਤੋਂ ਬਾਅਦ ਫਿਰ ਅਨਾਊਂਸਮੈਂਟ ਆ ਗਈ ਕਿ ਇੱਥੇ ਮੁਹੱਲਾ ਕਲੀਨਿਕ ਬਣਾਏ ਜਾਣਗੇ। ਹਾਲਾਂਕਿ ਸਭ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਜਿਹੜਾ ਸਿਹਤ ਸੇਵਾਵਾਂ ਦਾ ਸਿਸਟਮ ਆ ਜਾਂ ਜਿਹੜਾ ਢਾਂਚਾ ਬਣਿਆ ਹੋਇਆ ਵਾ, ਉਹ ਮੁਲਕ ਦੇ ਵਿੱਚ ਮੇਰੇ ਖਿਆਲ ਸਭ ਤੋਂ ਬਿਹਤਰ ਆ। ਸਬਸਿਡਰੀ ਹੈਲਥ ਸੈਂਟਰ, ਫਿਰ ਪ੍ਰਾਇਮਰੀ ਹੈਲਥ ਸੈਂਟਰ, ਫਿਰ ਕਮਿਊਨਿਟੀ ਹੈਲਥ ਸੈਂਟਰ, ਫਿਰ ਸਬ ਡਿਵੀਜ਼ਨ ਹੈੱਡਕੁਆਟਰਸ ਦੇ ਉੱਤੇ ਹਸਪਤਾਲ, ਫਿਰ ਡਿਸਟ੍ਰਿਕਟ ਹੈੱਡਕੁਆਟਰਸ ਦੇ ਹਸਪਤਾਲ। ਦਿੱਕਤਾਂ ਬਹੁਤ ਹੈ ਇਹਦੇ ਵਿੱਚ, ਦਵਾਈਆਂ ਨਹੀਂ ਆ ਰਹੀਆਂ, ਡਾਕਟਰ ਹੈ ਨਹੀਂ, ਪੈਰਾਮੈਡਿਕ ਸਟਾਫ ਹੈ ਨਹੀਂ, ਜਿਹੜੀਆਂ ਇਮਾਰਤਾਂ ਵਾ ਉਹ ਹੌਲੀ ਹੌਲੀ ਢੱਟ ਰਹੀਆਂ ਵਾ। ਉਹ ਬਿਹਤਰ ਕਰਨ ਦੀ ਬਜਾਏ ਤੁਸੀਂ ਇੱਕ ਉਹ ਮਾਡਲ ਲੈ ਕੇ ਆ ਰਹੇ ਜੇ ਜਿਹਦੀ ਪੰਜਾਬ ਸ਼ਾਇਦ ਲੋੜ ਨਹੀਂ, ਮੁਹੱਲਾ ਕਲੀਨਿਕ। ਔਰ ਅਨਾਊਂਸ ਕੀਤਾ ਗਿਆ ਕਿ ਮੁਹੱਲਾ ਕਲੀਨਿਕ ਜਿਹੜੇ ਨੇ, ਪਹਿਲੇ 75 ਮੁਹੱਲਾ ਕਲੀਨਿਕ 15 ਅਗਸਤ ਨੂੰ ਇਨੋਗਰੇਟ ਕੀਤੇ ਜਾਣਗੇ। ਸੋ ਇੱਕ ਤਰੀਕੇ ਨਾਲ ਧੱਕੇ ਨਾਲ ਕੋਈ ਚੀਜ਼ਾਂ ਜਿਹੜੀਆਂ ਵਾ ਦਿੱਲੀ ਮਾਡਲ ਜਿਹੜਾ ਇੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਹਾਲਾਂਕਿ ਬਹੁਤ ਲੋਕਾਂ ਨੂੰ ਲੱਗਦਾ ਵਾ ਵੀ ਇਹ ਸਭ ਕੁਝ ਕਰਨ ਦੀ ਬਿਲਕੁਲ ਲੋੜ ਨਹੀਂ। ਸੋ ਉਹਦੇ 'ਤੇ ਵੀ ਲੋਕਾਂ ਨੂੰ ਕਾਫੀ ਇਤਰਾਜ਼ ਹੋਇਆ। ਫਿਰ ਇਸ਼ਤਿਹਾਰਬਾਜ਼ੀ, ਠੀਕ ਹੈ, ਪੰਜਾਬ ਦੇ ਅਖਬਾਰਾਂ ਦੇ ਵਿੱਚ ਤੁਸੀਂ ਇਸ਼ਤਿਹਾਰ ਦਿੰਦੇ ਜੇ ਤਾਂ ਕੁਝ ਸਮਝ ਆਉਂਦੀ ਹੈ। ਵੈਸੇ ਤਾਂ ਹੁਣ ਸਮਾਂ ਬਦਲ ਗਿਆ ਵਾ। ਮੇਰੇ ਖਿਆਲ ਲੋਕੀ ਸੋਸ਼ਲ ਮੀਡੀਆ 'ਤੇ ਜੇ ਖਬਰਾਂ ਇੰਨੀਆਂ ਪੜ੍ਹ ਲੈਂਦੇ ਆ ਵੀ ਅਖਬਾਰਾਂ ਤੱਕ ਤੇ ਲੋਕੀ ਪਹੁੰਚਦੇ ਨਹੀਂ ਗੇ ਹੁਣ। ਲੇਕਿਨ ਦੂਜੀਆਂ ਸਟੇਟਾਂ ਦੇ ਵਿੱਚ ਇਸ਼ਤਿਹਾਰ ਦੇਣੇ, ਦੂਜੀਆਂ ਅਖਬਾਰਾਂ ਦੇ, ਦੂਜੀਆਂ ਸਟੇਟਾਂ 'ਚ ਅਖਬਾਰਾਂ ਨੂੰ ਇਸ਼ਤਿਹਾਰ ਦੇਣੇ, ਦੂਜੀਆਂ ਲੈਂਗੁਏਜਸ ਦੇ ਵਿੱਚ ਦੇਣੇ ਆ, ਉੱਥੋਂ ਲੱਗਦਾ ਸੀ, ਲੋਕਾਂ ਨੂੰ ਲੱਗਣ ਲੱਗ ਪਿਆ ਕਿ ਪੰਜਾਬ ਦੇ ਪੈਸੇ ਦੇ ਨਾਲ ਇਹ ਪਾਰਟੀ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਜਿੱਤਣਾ ਚਾਹੁੰਦੀ ਆ। ਸੋ ਉਹਨਾਂ ਨੂੰ ਲੱਗਾ ਕਿ ਸਾਡਾ ਪੈਸਾ ਕੋਈ ਬਰਬਾਦ ਕਰ ਰਿਹਾ, ਅਸੀਂ ਤਾਂ ਅੱਗੇ ਕਰਜ਼ੇ ਹੇਠ ਹਾਂ, ਪੰਜਾਬ ਤੇ ਅੱਗੇ ਬਹੁਤ ਵੱਡੇ ਕਰਜ਼ੇ ਹੇਠ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਪਾਰਟੀ ਨੂੰ ਸੰਗਰੂਰ ਦੇ ਵਿੱਚ ਗੁੱਸੇ ਦਾ ਸਾਹਮਣਾ ਕਰਨਾ ਪਿਆ। ਆਪਾਂ ਵੇਖਿਆ ਹੀ ਆ ਕਿ ਸੰਗਰੂਰ ਦਾ ਰਿਜ਼ਲਟ ਕਿਹੋ ਜਿਹਾ ਆਇਆ ਵਾ। ਪਾਰਟੀ ਨੂੰ ਲੱਗਦਾ ਸੀ ਵੀ ਸਾਡੇ 9 ਦੇ 9 MLA ਸਾਡੇ ਆ ਅਤੇ ਸਾਡੀ ਦੀ ਜਿੱਤ ਪੱਕੀ ਆ, ਯਕੀਨੀ ਹੈ ਜਿੱਤ। ਔਰ ਉੱਥੇ ਹੀ ਪਾਰਟੀ ਹਾਰ ਗਈ। ਔਰ 3 ਮਹੀਨਿਆਂ ਦੇ ਵਿੱਚ 92 ਸੀਟਾਂ 3 ਮਹੀਨੇ ਪਹਿਲਾਂ ਆਉਂਦੀਆਂ ਵਾ, ਔਰ 3 ਮਹੀਨਿਆਂ ਦੇ ਵਿੱਚ ਤੁਸੀਂ ਇੱਕ ਜ਼ਿਮਨੀ ਚੋਣ ਜਿਹੜੀ ਆ, ਉਹ ਜ਼ਿਮਨੀ ਚੋਣ ਹਾਰਦੇ ਜੇ, ਜਿੱਥੋਂ 2 ਵਾਰੀ 2014 ਅਤੇ 2019 'ਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿਹੜਾ ਮੁੱਖ ਮੰਤਰੀ ਆ ਹੁਣ, ਉਹ ਜਿੱਤਦਾ ਵਾ। ਔਰ ਉਦੋਂ ਕੈਂਪੇਨ ਦੇ ਦੌਰਾਨ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਕੈਂਪੇਨ ਨੂੰ ਡੋਮੀਨੇਟ ਕਰ ਰਹੇ ਸੀ, ਇੱਕ ਰੋਡ ਸ਼ੋਅ ਦੇ ਵਿੱਚ ਉਹ ਸਨਰੂਫ ਦੇ ਵਿੱਚ ਖੜੇ ਸੀ ਅਤੇ ਭਗਵੰਤ ਮਾਨ ਖਿੜਕੀ ਦੇ ਵਿੱਚ ਲਟਕਿਆ ਹੋਇਆ ਸੀ। ਪੰਜਾਬ ਦਾ ਮੁੱਖ ਮੰਤਰੀ ਲਟਕਿਆ ਹੋਇਆ ਔਰ ਦਿੱਲੀ ਦਾ ਮੁੱਖ ਮੰਤਰੀ ਸਨਰੂਫ ਦੇ ਵਿੱਚ ਉੱਤੇ ਖੜਾ ਵਾ। ਉਹਦਾ ਵੀ ਲੋਕਾਂ ਨੂੰ ਬੁਰਾ ਲੱਗਾ, ਲੋਕਾਂ ਨੇ ਇਤਰਾਜ਼ ਜਤਾਇਆ ਵੀ ਆਹ ਕੀ ਹੋ ਰਿਹਾ ਵਾ। ਸੋ ਇਹ ਸਾਰੀਆਂ ਗੱਲਾਂ ਦਾ ਹੌਲੀ ਹੌਲੀ ਜਿਹੜਾ ਵਾ ਖਮਿਆਜ਼ਾ ਭੁਗਤਣਾ ਪੈ ਰਿਹਾ ਵਾ। ਪਾਰਟੀ ਜਿਹੜੀ ਆ ਲੋਕਾਂ ਪ੍ਰਤੀ, ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਕਮਜ਼ੋਰ ਪੈ ਰਹੀ ਆ। ਇਹਦੇ ਨਾਲ ਫਿਰ ਫੈਸਲਾ ਹੋ ਗਿਆ ਕਿ ਉਹ ਸ਼ਖਸ ਜਿਹਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਬਣਾਇਆ ਵਾ, ਉਹਨੂੰ ਹੋਰ ਇੱਕ ਸਲਾਹਕਾਰ ਕਮੇਟੀ ਹੋਵੇਗੀ। ਬਾਕੀ ਸਲਾਹਕਾਰ ਕਮੇਟੀ ਦੇ ਮੈਂਬਰ ਨਹੀਂ ਨਿਯੁਕਤ ਕੀਤੇ ਗਏ, ਲੇਕਿਨ ਉਹਦਾ ਜਿਹੜਾ ਚੇਅਰਮੈਨ ਹੈ ਉਹ ਨਿਯੁਕਤ ਕਰਤਾ ਗਿਆ ਔਰ ਉਹੀ ਨਿਯੁਕਤ ਕੀਤਾ ਗਿਆ ਜਿਹੜਾ ਰਾਜ ਸਭਾ ਦਾ ਮੈਂਬਰ ਵੀ ਆ। ਸੋ ਇੱਕ ਤਰੀਕੇ ਨਾਲ ਤੁਸੀਂ ਡਬਲ ਬੈਨੀਫਿਟ ਇੱਕ ਸ਼ਖਸ ਨੂੰ ਦੇਣਾ ਚਾਹੁੰਦੇ ਜੇ। ਉਹਦਾ ਕੁਝ ਲੋਕਾਂ ਨੇ, ਇੱਕ ਅੰਬਾਲੇ ਦੇ ਵਕੀਲ ਹੈ ਹੇਮੰਤ ਕੁਮਾਰ, ਉਹਨਾਂ ਨੇ ਰਾਸ਼ਟਰਪਤੀ ਨੂੰ ਵੀ ਲਿਖਿਆ ਕਿ ਇਹ ਨਹੀਂ ਹੋ ਸਕਦਾ, ਇਹ ਜਿਹੜਾ ਸ਼ਖਸ ਕਰ ਰਿਹਾ ਵਾ ਉਹ ਡਿਸਕੁਆਲੀਫਾਈ ਵੀ ਹੋ ਸਕਦਾ ਵਾ। ਕੁਝ ਲੋਕੀ ਜਿਹੜੇ ਨੇ, ਇੱਕ ਸ਼ਖਸ ਜਿਹੜੇ ਨੇ, ਇੱਕ ਵਕੀਲ ਜਿਹੜੇ ਸੀਨੀਅਰ ਵਕੀਲ ਭੱਟੀ ਸਾਹਿਬ ਜਾਂ ਕੀ ਨਾਂ ਉਹਨਾਂ ਦਾ, ਉਹ ਸ਼ਾਇਦ ਹਾਈ ਕੋਰਟ ਵੀ ਪਹੁੰਚ ਗਏ। ਸੋ ਦੇਖਦੇ ਹਾਂ ਹਾਈ ਕੋਰਟ ਦਾ ਕੀ ਰਵੱਈਆ ਹੋਊ। ਪਰ ਇਹ ਸਭ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਇਹ ਸਰਕਾਰ ਲੋਕ ਹਿੱਤ, ਪੰਜਾਬ ਹਿੱਤ ਸਰਕਾਰ ਨਹੀਂ, ਔਰ ਇਹ ਦਿੱਲੀ ਦੇ ਕਹਿਣੇ ਦੇ ਉੱਤੇ ਸਰਕਾਰ ਜਿਹੜੀ ਆ ਉਹ ਚੱਲ ਰਹੀ। ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਹੋਈ, 2 ਘਟਨਾ ਹੋਈਆਂ। ਪਹਿਲੋਂ 11 ਮੰਤਰੀ ਜਿਹੜੇ ਨੇ, 10 ਮੰਤਰੀ ਬਣਾਏ ਗਏ। ਉਹਨਾਂ ਦੇ ਵਿੱਚ ਜਿਹੜੇ ਪੁਰਾਣੇ MLA ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਇਹਨਾਂ ਦਾ ਤਜਰਬਾ ਵਾ, ਉਹਨਾਂ ਨੂੰ ਕਰੀਬ ਸਾਰਿਆਂ ਨੂੰ ਜਾਂ ਬਹੁਤਿਆਂ ਨੂੰ ਨਜ਼ਰਅੰਦਾਜ਼ ਕਰਤਾ ਗਿਆ। ਉਹਦੇ 'ਚ ਅਮਨ ਅਰੋੜਾ ਵੀ ਨਜ਼ਰਅੰਦਾਜ਼ ਹੋ ਗਏ, ਬੁੱਧਰਾਮ ਵੀ ਨਜ਼ਰਅੰਦਾਜ਼ ਹੋ ਗਏ, ਉਹਦੇ 'ਚ ਬਲਜਿੰਦਰ ਕੌਰ ਨੂੰ ਵੀ ਇਗਨੋਰ ਕੀਤਾ ਗਿਆ। ਸਰਬਜੀਤ ਕੌਰ ਮਾਣੂਕੇ ਜਿਹੜੇ ਪਿਛਲੇ ਸੈਸ਼ਨ ਦੇ ਵਿੱਚ ਡਿਪਟੀ ਲੀਡਰ ਸੀਗੇ, ਉਹਨਾਂ ਨੂੰ ਵੀ ਇਗਨੋਰ ਕੀਤਾ ਗਿਆ। MLA ਨੂੰ ਲੱਗਾ ਕਿ ਇਹ ਮਾਪਦੰਡ ਕੀ ਆ। ਉਹ ਮਾਪਦੰਡ ਪ੍ਰਾਈਵੇਟਲੀ, ਓਪਨਲੀ ਤਾਂ ਕਿਸੇ ਨੇ ਨਹੀਂ ਕ੍ਰਿਟੀਸਾਈਜ਼ ਕੀਤਾ, ਲੇਕਿਨ ਪ੍ਰਾਈਵੇਟਲੀ ਉਹ ਮਾਪਦੰਡ ਨੂੰ ਕ੍ਰਿਟੀਸਾਈਜ਼ ਕਰਦੇ ਰਹੇ। ਫਿਰ ਦੂਜੀ ਲਿਸਟ ਆਈ, ਉਹਦੇ 'ਚ ਅਮਨ ਅਰੋੜਾ ਨੂੰ ਤਾਂ ਲੈ ਲਿਆ ਗਿਆ, ਪਰ ਬਾਕੀਆਂ ਨੂੰ ਫਿਰ ਨਜ਼ਰਅੰਦਾਜ਼ ਕਰਤਾ ਗਿਆ। ਸੋ ਲੋਕੀ ਪੁੱਛ ਰਹੇ ਨੇ ਕਿ ਇਹ ਮਾਪਦੰਡ ਕੀ ਆ। ਔਰ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਿਸ ਵੇਲੇ ਰਾਘਵ ਚੱਡਾ ਨੂੰ ਚੇਅਰਮੈਨ ਨਿਯੁਕਤ ਕੀਤਾ ਵਾ ਸਲਾਹਕਾਰ ਕਮੇਟੀ ਦਾ, ਮੰਤਰੀਆਂ ਨੇ ਤਾਂ ਉਹਨਾਂ ਨੂੰ ਵਧਾਈ ਦਿੱਤੀ ਆ,
लेकिन MLAs ਵਿੱਚੋਂ शायद ही किसी ने ਵਧਾਈ ਦਿੱਤੀ ਹੋਵੇ। ਸੋ ਇਹਦਾ ਮਤਲਬ ਆ ਵੀ ਪਾਰਟੀ ਦੇ ਵਿੱਚ ਵੀ ਰੋਸ ਹੈ, ਉਹ ਰੋਸ ਬਾਹਰ ਸ਼ਾਇਦ ਨਹੀਂ ਆ ਰਿਹਾ ਲੇਕਿਨ ਰੋਸ ਜ਼ਰੂਰ ਹੈ। ਤੁਹਾਨੂੰ ਪਤਾ ਵਾ ਕਿ ਆਪਣੇ ਪੰਜਾਬ ਦੀ ਇੱਕ ਪੰਥਕ ਪਾਰਟੀ ਮੰਨੀ ਜਾਂਦੀ ਸੀ ਇਹ ਸ਼੍ਰੋਮਣੀ ਅਕਾਲੀ ਦਲ, ਲੇਕਿਨ ਪਿਛਲੇ ਕਰੀਬ 2 ਸਟੇਟ ਅਸੈਂਬਲੀ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਦਾ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਲੋਕਾਂ ਨੂੰ ਲੱਗਦਾ ਵਾ ਕਿ ਜਿਹਨੂੰ ਅਸੀਂ ਪੰਥਕ ਪਾਰਟੀ ਮੰਨਦੇ ਸੀ ਉਹ ਪੰਥ ਦਾ ਹੀ ਨੁਕਸਾਨ ਕਰ ਰਹੀ ਹੈ, ਕਿਉਂਕਿ ਬੇਅਦਬੀ ਦੇ ਵੇਲੇ ਬੇਅਦਬੀ ਦੇ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਹਨਾਂ ਨੂੰ ਪ੍ਰੋਟੈਕਟ ਕਰਦੇ ਰਹੀ ਪਾਰਟੀ। ਸੋ ਜਿਵੇਂ ਪਾਰਟੀ ਪੰਥਕ ਪਾਰਟੀ ਹੁਣ ਐਂਟੀ ਪੰਥਕ ਉਹਦੀ ਪਰਸੈਪਸ਼ਨ ਬਣ ਗਈ ਆ ਔਰ ਉਹ ਪਰਸੈਪਸ਼ਨ ਲਗਾਤਾਰ ਪਰਸਿਸਟ ਕਰ ਰਹੀ ਹੈ, ਉਸੇ ਤਰ੍ਹਾਂ ਇਹ ਪਾਰਟੀ ਜਿਹੜੀ ਲੋਕ ਹਿੱਤੀ ਪਾਰਟੀ ਸੀ ਜਿਹਨੂੰ 92 ਸੀਟਾਂ ਜਿਤਾਈਆਂ ਸੀ ਉਹਦਾ ਪਰਸੈਪਸ਼ਨ ਹੁਣ ਲਗਾਤਾਰ ਇਹ ਬਣ ਰਿਹਾ ਵਾ ਕਿ ਇਹ ਪਾਰਟੀ ਪੰਜਾਬ ਹਿੱਤੀ ਨਹੀਂ ਔਰ ਇਹ ਪਾਰਟੀ ਦਿੱਲੀੋਂ ਚਲਾਈ ਜਾ ਰਹੀ ਹੈ। ਸੋ ਇੱਕ ਤਰੀਕੇ ਨਾਲ ਮੈਂ ਜਿਵੇਂ ਕਹਿ ਰਿਹਾ ਵਾਂ ਕਿ ਪਾਰਟੀ ਆਪਣਾ ਹੀ ਨੁਕਸਾਨ ਕਰ ਰਹੀ ਹੈ। ਇਹ ਸਭ ਕੁਝ ਕਰਨ ਦੀ ਲੋੜ ਨਹੀਂ, 92 ਸੀਟਾਂ ਜਿੱਤੇ ਜੇ, ਸਰਕਾਰੀ ਢਾਂਚਾ ਹੈ, ਤਾਂ ਲਾਮ ਲਸ਼ਕਰ ਹੈ, ਉਹਦੇ ਨਾਲ ਤੁਸੀਂ ਚੱਲ ਸਕਦੇ ਜੇ, ਬਹੁਤ ਵਧੀਆ ਕਾਰਗੁਜ਼ਾਰੀ ਹੋ ਸਕਦੀ ਹੈ। ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਮੁਹਿੰਮ ਚਲਾਉਂਦੇ ਰਹੋ ਔਰ ਬਾਕੀ ਇੱਕ ਬਦਲਾਵ ਤੁਸੀਂ ਪ੍ਰੋਮਿਸ ਕੀਤਾ ਸੀ, ਬਦਲਾਵ ਲੈ ਕੇ ਆਓ, ਚੰਗੀ ਕਾਰਗੁਜ਼ਾਰੀ ਦਿਓ। ਲੇਕਿਨ ਆਹ ਸਭ ਕੁਝ ਜਿਹੜੀਆਂ ਆਪਾਂ ਚੀਜ਼ਾਂ ਗਿਣਾਈਆਂ ਵਾਂ ਇਹਨਾਂ ਸਭ ਦੀ ਸ਼ਾਇਦ ਲੋੜ ਨਹੀਂ ਸੀ ਔਰ ਇਸੇ ਕਰਕੇ ਮੈਂ ਕਹਿ ਰਿਹਾ ਵਾਂ ਕਿ ਪਾਰਟੀ ਆਪਣਾ ਹੀ ਨੁਕਸਾਨ ਕਰ ਰਹੀ ਆ। ਇਹ ਗੱਲਾਂ ਸੋਸ਼ਲ ਮੀਡੀਆ 'ਤੇ ਆਮ ਹੀ ਹੁਣ ਚਰਚਾ ਦਾ ਵਿਸ਼ਾ ਵਾ ਔਰ ਜੇ ਪਾਰਟੀ ਇਹਨਾਂ ਨੂੰ ਨਜ਼ਰਅੰਦਾਜ਼ ਕਰੂਗੀ ਤੇ ਆਪਣੀ ਕੀਮਤ ਦੇ ਉੱਤੇ ਕਰੂਗੀ। ਇਟ ਵਿਲ ਫੇਸ ਦੀ ਰੈਥ ਆਫ ਦੀ ਪੀਪਲ, ਜਿਵੇਂ ਲੋਕਾਂ ਦਾ ਗੁੱਸਾ ਕਿਸੇ ਨਾ ਕਿਸੇ ਸੰਗਰੂਰ 'ਚ ਵੇਖ ਲਿਆ ਔਰ ਬਾਕੀ ਥਾਵਾਂ 'ਤੇ ਵੀ ਇਹ ਦੇਖਿਆ ਜਾ ਸਕਦਾ ਵਾ। ਇਹ ਤਾਂ ਸੀ ਆਮ ਆਦਮੀ ਪਾਰਟੀ ਆਪਣਾ ਨੁਕਸਾਨ ਕਿਵੇਂ ਕਰ ਰਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਮਸਲੇ ਦੀ। ਮੱਤੇਵਾੜਾ ਤੋਂ ਕੀ ਆਵਾਜ਼ ਸੁਣਨ ਨੂੰ ਆਈ ਆ? ਉਹ ਆਵਾਜ਼ ਆਈ ਆ ਕਿ ਲੋਕ ਸ਼ਕਤੀ ਜਿਹੜੀ ਆ ਉਹ ਕਿਵੇਂ ਸਰਕਾਰਾਂ ਨੂੰ ਝੁਕਾ ਸਕਦੀ ਆ। ਇਹ ਇੱਕ ਪਿਛਲੇ 1 ਸਾਲ ਦੇ ਵਿੱਚ ਇਹ ਦੂਜੀ ਵਾਰੀ ਹੋਇਆ ਜਾਂ ਤੀਜੀ ਵਾਰੀ ਹੋਇਆ। ਪਹਿਲਾਂ ਤੁਸੀਂ ਵੇਖਿਆ ਕਿਸਾਨ ਅੰਦੋਲਨ ਵੇਲੇ ਕਿਵੇਂ ਲੋਕ ਸ਼ਕਤੀ ਜਿਹੜੀ ਆ ਉਹਨੇ ਸਰਕਾਰ ਨੂੰ, ਦਿੱਲੀ ਸਰਕਾਰ ਨੂੰ ਜਿਹੜੀ ਬਹੁਤ ਵੱਡੀ ਬਹੁਮਤ ਲੈ ਕੇ ਆਈ ਸੀ ਉਹਨੂੰ ਝੁਕਾ ਦਿੱਤਾ ਔਰ ਸਰਕਾਰ ਮਜਬੂਰ ਹੋ ਗਈ ਜਿਹੜੇ 3 ਖੇਤੀ ਬਿੱਲ ਸੀ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ। ਉਦੋਂ ਵੀ ਤੁਸੀਂ ਦੇਖਿਆ ਕਿ ਲੋਕਾਂ ਨੇ ਆਪਣੇ ਧਰਮ ਤੋਂ ਉੱਤੇ ਉੱਠ ਕੇ, ਜਾਤ ਪਾਤ ਤੋਂ ਉੱਤੇ ਉੱਠ ਕੇ, ਸਟੇਟ ਬਾਉਂਡਰੀਜ਼ ਜਿਹੜੀਆਂ ਵਾ ਉਹਨਾਂ ਨੂੰ ਪਾਰ ਕਰਕੇ ਕਿਸਾਨਾਂ ਦੀ ਮਦਦ ਕੀਤੀ ਔਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਬਹੁਤ ਸਾਰੇ ਸ਼ਹਿਰਾਂ ਦੇ ਲੋਕ ਵੀ ਉਸ ਮੁਹਿੰਮ ਦੇ ਵਿੱਚ ਜੁੜ ਗਏ ਔਰ ਉਹਦਾ ਨਤੀਜਾ ਤੁਸੀਂ ਵੇਖ ਹੀ ਲਿਆ ਵਾ ਕਿ ਸਰਕਾਰ ਨੂੰ ਝੁਕਣਾ ਪਿਆ। ਉਸ ਤੋਂ ਬਾਅਦ ਫਿਰ ਪੰਜਾਬ ਇਲੈਕਸ਼ਨ ਦੇ ਵਿੱਚ ਤੁਸੀਂ ਵੇਖਿਆ ਵੀ ਕਿਵੇਂ ਜਦੋਂ ਬਦਲਾਵ ਦੀ ਹਵਾ ਚੱਲ ਪਈ ਤੇ ਕਿਵੇਂ ਲੋਕ ਸਾਰੇ ਵਰਗ ਜਿਹੜੇ ਨੇ ਇਕੱਠੇ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲੈਣ ਦਾ। ਹੁਣ ਇਹ ਤੀਜੀ ਵਾਰੀ ਆ ਮੱਤੇਵਾੜੇ ਦੇ ਵਿੱਚ ਜਿੱਥੇ ਟੈਕਸਟਾਈਲ ਪਾਰਕ ਬਣਨਾ ਸੀ। ਵੈਸੇ ਤਾਂ ਟੈਕਸਟਾਈਲ ਪਾਰਕ ਬਹੁਤ ਵਧੀਆ ਗੱਲ ਹੈ, ਪੰਜਾਬ ਦੇ ਵਿੱਚ ਆਲਮੋਸਟ 1-2 ਲੱਖ ਨੌਕਰੀਆਂ ਮਿਲਦੀਆਂ ਵਾ, ਲੇਕਿਨ ਜਿਹੜੀ ਅਮਰਿੰਦਰ ਸਿੰਘ ਸਰਕਾਰ ਨੇ ਜਗ੍ਹਾ ਚੁਣੀ ਸੀ ਸਤਲੁਜ ਦੇ ਕੰਢੇ ਤੇ ਮੱਤੇਵਾੜਾ ਜੰਗਲ ਦੇ ਨਾਲ, ਆਲਮੋਸਟ 2300-2400 ਏਕੜ ਦਾ ਜੰਗਲ ਆ ਜਿਹੜਾ ਜਿਹਦੇ ਕਰਕੇ ਲੁਧਿਆਣਾ ਸਾਹ ਲੈਂਦਾ ਵਾ, ਉਹ ਬਰਬਾਦ ਹੋਣ ਦਾ ਖਦਸ਼ਾ ਸੀ। ਸੋ ਇਹ 2 ਸਾਲ ਤੋਂ ਹੌਲੀ ਹੌਲੀ ਇਹ ਮੁਹਿੰਮ ਜਿਹੜੀ ਸੀ ਇਹ ਤੇਜ਼ੀ ਜਾਂ ਤਾਕਤ ਪਕੜ ਰਹੀ ਸੀ ਔਰ ਇਸ ਮੁਹਿੰਮ ਦੇ ਵਿੱਚ ਵੀ ਤੁਸੀਂ ਦੇਖਿਆ ਵਾ ਕਿਸਾਨ ਅੰਦੋਲਨ ਵਾਂਗੂ ਕਿਵੇਂ ਲੋਕਾਂ ਨੇ ਆਪਣੇ ਧਰਮ ਤੋਂ ਉੱਠ ਕੇ, ਜਾਤ ਪਾਤ ਤੋਂ ਉੱਤੇ ਉੱਠ ਕੇ, NGOs ਇਕੱਠੀਆਂ ਹੋਈਆਂ ਸਾਰੀਆਂ ਔਰ ਕਿਵੇਂ ਲੋਕਾਂ ਨੇ ਅਕ੍ਰੋਸ ਕਮਿਊਨਿਟੀਜ਼ ਰਲ ਕੇ ਇਸ ਮੱਤੇਵਾੜੇ ਪ੍ਰੋਜੈਕਟ ਦਾ ਵਿਰੋਧ ਕੀਤਾ। ਮੈਂ ਜਾਤ ਪਾਤ ਤੋਂ ਉੱਤੇ ਉੱਠ ਕੇ ਇਸ ਕਰਕੇ ਕਹਿ ਰਿਹਾ ਵਾਂ ਕਿ ਉੱਥੇ ਇੱਕ ਪਿੰਡ ਆ ਸਿੱਖੋਵਾਲ ਜਿਹਦੀ 416 ਏਕੜ ਜ਼ਮੀਨ ਲੈਣੀ ਸੀ। ਉੱਥੇ ਜ਼ਿਆਦਾ ਮਜ਼ਹਬੀ ਸਿੱਖ ਵਸਦੇ ਆ ਜਿਨ੍ਹਾਂ ਨੇ ਪੰਚਾਇਤ ਜ਼ਮੀਨ ਜਿਹੜੀ ਸੀ ਉਹਨੂੰ ਆਬਾਦ ਕੀਤਾ ਔਰ ਉਹ ਵਾਹੁਣਯੋਗ ਬਣਾਈ ਉਹਨਾਂ ਨੇ। ਉਹ ਸਰਕਾਰ ਜ਼ਮੀਨ ਲੈਣਾ ਚਾਹੁੰਦੀ ਸੀ। ਮਜ਼ਹਬੀ ਸਿੱਖ ਨੇ, ਗਰੀਬ ਲੋਕ ਨੇ, ਲੇਕਿਨ ਉਹਨਾਂ ਦਾ ਬਾਕੀ ਲੋਕਾਂ ਨੇ, ਜ਼ਿਮੀਂਦਾਰਾਂ ਨੇ, ਜੱਟਾਂ ਨੇ ਜਾਂ ਬਾਕੀ ਜਿਹੜੇ ਪਾਵਰਫੁਲ ਲੋਕ ਸਨ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ ਇਹ ਜ਼ਮੀਨ ਬਚਾਉਣ ਵਾਸਤੇ। ਹਾਲਾਂਕਿ ਪੰਚਾਇਤ ਜਿਹੜੀ ਆ ਜਿਹਨੇ ਪਹਿਲਾਂ ਵਿਰੋਧ ਕੀਤਾ ਸੀ, ਸਿੱਖੋਵਾਲ ਦੀ ਪੰਚਾਇਤ ਨੇ ਫਿਰ ਲਿਖ ਕੇ ਦੇ ਦਿੱਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਸ਼ਾਇਦ ਪੈਸਾ ਵੀ ਉਹਨਾਂ ਦੇ ਟ੍ਰਾਂਸਫਰ ਹੋ ਗਿਆ, ਲੇਕਿਨ ਉੱਥੋਂ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਬਾਕੀ ਲੋਕਾਂ ਦਾ ਸਮਰਥਨ ਹਾਸਲ ਸੀ ਉਹ ਅੜੇ ਰਹੇ। ਲੋਕ ਸ਼ਕਤੀ ਦੇਖੋ ਇਹਦਾ ਕਿੰਨਾ ਅਸਰ ਹੁੰਦਾ। ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿੰਨੇ ਵੀ ਇੰਸਟੀਟਿਊਸ਼ਨਸ ਆ, ਸਰਕਾਰੀ ਅਦਾਰੇ ਆ, ਉਹਨਾਂ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਜਿਹੜੇ ਇੰਸਟੀਟਿਊਸ਼ਨਸ ਨੇ ਜਿਵੇਂ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ, ਉੱਥੇ ਅਪੀਲ ਪਾਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਉਹਦੇ ਵਿੱਚ ਆਲਮੋਸਟ 1.25 ਸਾਲ ਪਹਿਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ
ਔਰ ਇਹਦੇ ਨਾਲ ਇਹ ਜਿਹੜੀਆਂ ਪਾਰਟੀਆਂ ਦੇ ਵੱਖਰੀਆਂ ਪਾਰਟੀਆਂ ਦੇ ਜਿਹੜੇ ਸਿਆਸੀ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਲੀਡਰ ਨੇ ਉਹਨਾਂ ਤੱਕ ਪਹੁੰਚ ਕੀਤੀ। ਔਰ ਤੁਸੀਂ ਦੇਖਿਆ ਕਿ ਜਿਸ ਵੇਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ, ਇਹਨਾਂ ਦੇ ਵੀ ਬਹੁਤ ਸਾਰੇ ਲੀਡਰ ਜਿਵੇਂ ਸਰਬਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਭਗਵੰਤ ਮਾਨ, ਇਹਨਾਂ ਸਾਰਿਆਂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਸੱਤਾ 'ਚ ਆਉਂਦੀ ਆ ਤੇ ਅਸੀਂ ਇਹਨੂੰ ਰੱਦ ਕਰਾਂਗੇ। ਔਰ ਉਹਨਾਂ ਨੇ ਅਪੀਲ ਕੀਤੀ ਕਿ ਕਾਂਗਰਸ ਸਰਕਾਰ ਨੂੰ ਇਹਦੀ ਥਾਂ ਬਦਲਣੀ ਚਾਹੀਦੀ ਹੈ। ਇੱਥੋਂ ਇਹ ਵੀ ਲੱਗਦਾ ਵਾ ਕਿ ਜਦੋਂ ਬੰਦਾ ਅਨਾਊਂਸਮੈਂਟ ਕਰਦਾ ਵਾ ਤਾਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਹੁਣ ਅੱਜ ਜਦੋਂ ਸੱਤਾ 'ਚ ਆ ਗਈ ਸਰਕਾਰ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਤੇ ਇਹਨਾਂ ਨੇ ਕਿਹਾ ਜੀ ਵੀ ਨਹੀਂ, ਪਾਰਕ ਉੱਥੇ ਬਣੂਗਾ, ਅਸੀਂ ਵੇਖਾਂਗੇ ਕਿ ਪੋਲੂਸ਼ਨ ਨਾ ਹੋਵੇ ਲੇਕਿਨ ਪਾਰਕ ਬਣੂਗਾ। ਲੇਕਿਨ ਲੋਕਾਂ ਦਾ ਵਿਰੋਧ ਵੱਧਦਾ ਗਿਆ ਔਰ ਤੁਸੀਂ ਦੇਖਿਆ ਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਪ੍ਰੋਜੈਕਟ ਲੈ ਕੇ ਆਈ ਸੀ ਉਹਦੇ ਕੁਝ ਲੀਡਰ, ਖਾਸ ਕਰਕੇ ਪ੍ਰਗਟ ਸਿੰਘ, ਸੁਖਪਾਲ ਖਹਿਰਾ ਜਾਂ ਕੁਝ ਰਾਜਾ ਵੜਿੰਗ, ਕੁਝ ਲੀਡਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਤੋਂ ਗਲਤੀ ਹੋਈ ਆ ਔਰ ਇਹ ਪ੍ਰੋਜੈਕਟ ਇੱਥੇ ਨਹੀਂ ਲੱਗਣਾ ਚਾਹੀਦਾ। ਸੋ ਲੋਕ ਸਭਾ, ਰਾਜ ਆਪਣੇ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਚੁੱਕਿਆ ਗਿਆ। ਸੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਵੀ ਗਿਆ ਮਸਲਾ, ਸ਼ਡਿਊਲ ਕਾਸਟ ਕਮਿਸ਼ਨ ਕੋਲ ਵੀ ਗਿਆ, ਮਾਈਨੋਰਿਟੀਜ਼ ਕਮਿਸ਼ਨ ਕੋਲ ਵੀ ਗਿਆ ਔਰ ਇੱਥੇ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਚੁੱਕਿਆ ਗਿਆ। ਨਾਲ ਇਹ ਮਸਲਾ ਫਿਰ ਕਚਹਿਰੀਆਂ ਦੇ ਵਿੱਚ ਵੀ ਗਿਆ, ਲੋਅਰ ਕੋਰਟਸ ਦੇ ਵਿੱਚ ਵੀ ਤੇ ਹਾਈ ਕੋਰਟ ਦੇ ਵਿੱਚ ਵੀ। ਹਾਈ ਕੋਰਟ ਦੇ ਵਿੱਚ ਵੀ ਇਹਦੀ ਸੁਣਾਈ ਜਿਹੜੀ ਸੀ ਉਹ ਹੋ ਰਹੀ ਸੀ। ਇਸ ਤੋਂ ਇਲਾਵਾ 9-10 NGOs ਜਿਹੜੀਆਂ ਵਾ, 7 ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਇੱਕ NGO ਆ, 7 ਇੱਕ ਔਰਤਾਂ ਦੀ NGO ਆ, ਵਾਰੀਅਰਸ, ਵਿਮਨ ਵਾਰੀਅਰਸ ਵਗੈਰਾ। ਔਰ ਫਿਰ ਇਹ ਸਾਰਿਆਂ ਨੇ 9-10 ਆਰਗੇਨਾਈਜੇਸ਼ਨਸ ਨੇ ਰਲ ਕੇ ਇੱਕ ਚਿੱਠੀ ਵੀ ਲਿਖੀ ਔਰ ਇਹਨਾਂ ਨੇ ਫਿਰ ਧਰਨਾ ਫੈਸਲਾ ਕੀਤਾ ਕਿ ਆਪਾਂ ਸਾਰੇ ਇਕੱਠੇ ਹੋਵਾਂਗੇ, ਜਿਹੜਾ ਜੁਲਾਈ 10 ਨੂੰ ਇਕੱਠ ਹੋਇਆ। ਉਸ ਤੋਂ ਪਹਿਲਾਂ ਜੂਨ ਦੇ ਅਖੀਰਲੇ ਹਫ਼ਤੇ ਦੇ ਵਿੱਚ ਸਰਕਾਰ ਵੱਲੋਂ ਉੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਲੋਕ ਇਕੱਠੇ ਹੋ ਗਏ। ਸੋ ਸਰਕਾਰ ਦੇ ਉੱਤੇ ਇੰਨਾ ਕੁ ਦਬਾਅ ਬਣ ਗਿਆ ਕਿ ਸਰਕਾਰ ਨੂੰ ਇਹ ਫੈਸਲਾ ਰੱਦ ਕਰਨਾ ਪਿਆ। ਇਹਦਾ ਮਤਲਬ ਆ ਕਿ ਜੇ ਪ੍ਰੋਪਰ ਵਿਉਂਤਬੰਦੀ ਹੋਵੇ, ਸਰਬਪੱਖੀ ਸਾਰੇ ਲੋਕਾਂ ਦੀ ਵਿਉਂਤਬੰਦੀ ਕੀਤੀ ਜਾਵੇ, ਸਾਰੀਆਂ ਸੰਸਥਾਵਾਂ ਨੂੰ ਇਸਤੇਮਾਲ ਕੀਤਾ ਜਾਵੇ, ਕੋਰਟਸ ਨੂੰ ਇਸਤੇਮਾਲ ਕੀਤਾ ਜਾਵੇ, ਵਿਧਾਨ ਸਭਾ ਨੂੰ ਇਸਤੇਮਾਲ ਕੀਤਾ ਜਾਵੇ, ਸੋਸ਼ਲ ਮੀਡੀਆ ਨੂੰ ਇਸਤੇਮਾਲ ਕੀਤਾ ਜਾਵੇ। ਸੋਸ਼ਲ ਮੀਡੀਆ 'ਤੇ ਵੀ ਬਹੁਤ ਵੱਡੇ ਪੱਧਰ 'ਤੇ ਮੁਹਿੰਮ ਚੱਲੀ। ਕਈ ਜਿਹੜੇ ਬੜੇ ਪੋਪੂਲਰ ਟਵਿੱਟਰ ਹੈਂਡਲ ਸੀ, ਟਰੈਕਟਰ ਟੂ ਟਵਿੱਟਰ ਔਰ ਕਿਸਾਨ ਏਕਤਾ ਮੋਰਚਾ, ਉਹਨਾਂ ਨੇ ਵੀ ਇਸ ਪ੍ਰੋਜੈਕਟ ਦੇ ਖਿਲਾਫ ਆਵਾਜ਼ ਚੁੱਕੀ। ਸੋ ਇਹਦਾ ਰਿਜ਼ਲਟ ਇਹ ਹੋਇਆ ਕਿ ਸਰਕਾਰ ਨੂੰ ਇਹ ਚੁੱਕਣਾ ਪਿਆ ਔਰ ਇਸ ਫੈਸਲਾ ਜਿਹੜਾ ਵਾ ਇਹਨੂੰ ਵਾਪਸ ਲੈਣਾ ਪਿਆ। ਪਰ ਇਹ ਮਸਲਾ ਇੱਥੇ ਖਤਮ ਨਹੀਂ ਹੁੰਦਾ। ਮਸਲਾ ਜਿਹੜਾ ਵਾ ਇਹ ਇਸ ਤੋਂ ਕਾਫੀ ਸੀਰੀਅਸ ਆ। ਮੱਤੇਵਾੜਾ ਪ੍ਰੋਜੈਕਟ ਤੇ ਵਾਪਸ ਹੋ ਗਿਆ। ਹੁਣ ਇੱਕ ਨਵੀਂ ਜਗ੍ਹਾ ਲੱਭਣੀ ਪੈਣੀ ਆ। ਉਹ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ? ਕਿਉਂਕਿ ਜੇ ਪ੍ਰੋਜੈਕਟ ਤੁਸੀਂ ਜਗ੍ਹਾ ਨਹੀਂ ਲੱਭੋਗੇ ਤਾਂ ਪ੍ਰੋਜੈਕਟ ਕੈਂਸਲ ਵੀ ਹੋ ਸਕਦਾ ਵਾ, ਉਹਦਾ ਪੰਜਾਬ ਨੂੰ ਨੁਕਸਾਨ ਹੋਊਗਾ। ਸੋ ਇਹਦੇ ਵਾਸਤੇ ਨਵੀਂ ਜਗ੍ਹਾ ਲੱਭਣ ਵਾਸਤੇ ਸਰਕਾਰ ਮੇਰਾ ਖਿਆਲ ਕੋਸ਼ਿਸ਼ ਕਰ ਰਹੀ ਹੋਊਗੀ। ਪਰ ਮੇਰਾ ਆਪਣਾ ਮੰਨਣਾ ਵਾ ਕਿ ਇਹਦੇ ਜਿਹੜੇ এনवायरमेंटलिस्ट ਆ, ਵਾਤਾਵਰਨ ਪ੍ਰੇਮੀ ਆ, ਜਾਂ ਜਿਹੜੀਆਂ NGOs ਹੈ ਜਿਨ੍ਹਾਂ ਨੇ ਮੱਤੇਵਾੜਾ ਨੂੰ ਕੈਂਸਲ ਕਰਨ ਦੇ ਵਿੱਚ, ਇਸ ਟੈਕਸਟਾਈਲ ਪਾਰਕ ਨੂੰ ਕੈਂਸਲ ਕਰਨ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਦੀ ਮਦਦ ਵੀ ਲੈਣੀ ਚਾਹੀਦੀ ਆ, ਉਹਨਾਂ ਦੀ ਸਲਾਹ ਵੀ ਲੈਣੀ ਚਾਹੀਦੀ ਆ ਵੀ ਇਹ ਪਾਰਕ ਹੁਣ ਹੋਰ ਕਿੱਥੇ ਬਣਨਾ ਚਾਹੀਦਾ। ਇਹਦੇ ਨਾਲ ਮੇਰਾ ਇਹ ਵੀ ਮੰਨਣਾ ਵਾ ਕਿ 2-3 ਹੋਰ ਥਾਂ ਨੇ ਜਿੱਥੇ ਸਰਕਾਰ ਨੂੰ ਕਮੇਟੀ ਬਣਾ ਕੇ ਉਹਦੇ 'ਤੇ ਪ੍ਰੋਪਰ ਸਲਾਹ ਮਸ਼ਵਰਾ ਕਰਕੇ ਹੀ ਅੱਗੇ ਚੱਲਣਾ ਚਾਹੀਦਾ। ਇੱਕ ਤਾਂ ਹੈ ਪਟਿਆਲੇ ਦੇ ਲਾਗੇ ਰਾਜਪੁਰੇ ਦੇ ਕੋਲ 1100 ਏਕੜ ਜ਼ਮੀਨ ਕੁਝ ਸਾਲ ਪਹਿਲਾਂ ਅਮਰਿੰਦਰ ਸਿੰਘ ਸਰਕਾਰ ਨੇ ਲਈ ਸੀ। ਉੱਥੇ ਇੱਕ ਮੈਨੂਫੈਕਚਰਿੰਗ ਕਲਸਟਰ ਬਣਨਾ ਵਾ ਔਰ ਇੰਡਸਟਰੀਅਲ ਪਾਰਕ ਬਣਨਾ ਵਾ। ਉਸ ਏਰੀਏ ਦੇ ਵਿੱਚ ਪਾਣੀ ਦੀ ਕਾਫੀ ਕਮੀ ਆ, ਤਾਂ ਪਹਿਲਾਂ ਇਹ ਫੈਸਲਾ ਕਰਨਾ ਪਊ ਪਾਣੀ ਆਉਣਾ ਕਿੱਥੋਂ ਆ। ਔਰ ਜੇ ਉੱਥੇ ਲੋਕੀ ਕਹਿ ਰਹੇ ਨੇ ਕਿ ਜਿਹੜਾ ਉੱਥੇ ਮੁਆਵਜ਼ਾ ਦਿੱਤਾ ਗਿਆ ਵਾ ਉਹ ਸਹੀ ਤਰੀਕੇ ਨਾਲ ਮੁਆਵਜ਼ਾ ਵੰਡਿਆ ਨਹੀਂ ਗਿਆ। ਸੋ ਸਰਕਾਰ ਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਕੀ ਮੁਆਵਜ਼ਾ ਸਹੀ ਵੰਡਿਆ ਗਿਆ ਵਾ ਔਰ ਜਿਹੜੇ ਪਰਪਸ ਵਾਸਤੇ ਜ਼ਮੀਨ ਅਸੀਂ ਐਕਵਾਇਰ ਕੀਤੀ ਹੈ ਉਸੇ ਪਰਪਸ ਵਾਸਤੇ ਜ਼ਮੀਨ ਇਸਤੇਮਾਲ ਹੋਵੇ। ਨਹੀਂ ਤੇ ਜੇ ਉਹ ਇਸਤੇਮਾਲ ਨਹੀਂ ਕਰਨੀ ਉਸ ਪਰਪਸ ਵਾਸਤੇ ਤਾਂ ਜ਼ਮੀਨ ਵਾਪਸ ਵੀ ਦਿੱਤੀ ਜਾ ਸਕਦੀ ਹੈ ਜਾਂ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਇੱਕ ਹੋਰ ਜਗ੍ਹਾ ਵਾ ਜਿੱਥੇ ਸਰਕਾਰ ਕੋਲ ਬਹੁਤ ਜ਼ਿਆਦਾ ਜ਼ਮੀਨ ਹੈ, ਉਹ ਹੈ ਬਠਿੰਡਾ ਥਰਮਲ ਪਾਰਕ, ਥਰਮਲ ਪਲਾਂਟ। 2018 ਦੇ ਵਿੱਚ ਇਹ ਬੰਦ ਕਰਤਾ ਗਿਆ ਸੀ। ਮਨਪ੍ਰੀਤ ਬਾਦਲ ਨੇ ਇਹ ਫੈਸਲਾ ਕੀਤਾ ਸੀ। ਉਹ ਜਗ੍ਹਾ ਇਸ ਵੇਲੇ ਅਵੇਲੇਬਲ ਹੈ। ਉਹ 1760 ਏਕੜ ਦੇ ਕਰੀਬ ਜਗ੍ਹਾ ਵਾ, ਉਹ 'ਚੋਂ 300 ਏਕੜ ਕੱਢ ਦਿਓ ਜਿੱਥੇ ਥਰਮਲ ਪਲਾਂਟ ਦੀ ਕਾਲੋਨੀ ਬਣੀ ਹੋਈ ਸੀ। ਉੱਥੇ ਰਿਹਾਇਸ਼ਾਂ ਬਣੀਆਂ ਹੋਈਆਂ, ਰਿਹਾਇਸ਼ੀ ਮਕਾਨ ਬਣੇ ਹੋਏ ਨੇ। ਸੋ 1450 ਏਕੜ ਜਗ੍ਹਾ ਬਚਦੀ ਆ। ਉਹਦੇ ਵਿੱਚ ਕਰੀਬ 150 ਏਕੜ ਦੇ ਕਰੀਬ 3 ਝੀਲਾਂ ਵਾ, 3 ਲੇਕਸ ਆ। ਨਹਿਰੀ ਪਾਣੀ ਉਹਨਾਂ ਝੀਲਾਂ ਦੇ ਵਿੱਚ ਪੈਂਦਾ ਵਾ, ਸ਼ਾਇਦ ਸਰਹੰਦ ਕਨਾਲ ਦਾ ਪਾਣੀ ਉੱਥੇ ਪੈਂਦਾ ਵਾ। ਸੋ ਇੱਕ ਤਾਂ ਇਹ ਖਿਆਲ ਕਰਨਾ ਪਊ ਵੀ ਜੋ ਵੀ ਉੱਥੇ ਕੀਤਾ ਜਾਵੇ, ਇੰਡਸਟਰੀਅਲ ਪਾਰਕ ਬਣੇ ਜਾਂ ਜੋ ਵੀ ਇੰਡਸਟਰੀ ਲੱਗੇ, ਉਹ ਝੀਲਾਂ ਦਾ ਪਾਣੀ ਖਰਾਬ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਪਾਣੀ ਜਿਹੜਾ ਵਾ ਉਹ ਬਠਿੰਡੇ ਦੇ ਪੀਣ ਦੇ ਵਾਸਤੇ ਵੀ ਕੰਮ ਆ ਸਕਦਾ ਵਾ। ਸੋ ਪਾਣੀ ਦਾ ਬਚਾਅ ਉੱਥੇ ਵੀ ਕਰਨਾ ਚਾਹੀਦਾ। ਹਾਲਾਂਕਿ ਉਹ ਆਰਟੀਫਿਸ਼ੀਅਲ ਝੀਲ ਬਣੀਆਂ ਵਾ, 3 ਝੀਲ ਆ, 150 ਏਕੜ
ਏਰੀਏ ਦੇ ਵਿੱਚ। ਇਸ ਤੋਂ ਇਲਾਵਾ ਬਾਕੀ ਉਹਦਾ ਇਸਤੇਮਾਲ ਕੀ ਹੋਣਾ ਚਾਹੀਦਾ ਵਾ, ਇਹਦੇ ਵਾਸਤੇ ਵੀ ਮੇਰੇ ਖਿਆਲ ਜਿਹੜੇ ਸਾਡੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਅੱਗੇ ਵਧਣ ਤੋਂ ਪਹਿਲਾਂ। ਸੋ ਇਹ ਮੱਤੇਵਾੜਾ ਦਾ ਸਬਕ ਇਹ ਆ ਕਿ ਜਿਹੜੇ ਬਾਕੀ ਥਾਂ ਜਿੱਥੇ ਇੰਡਸਟਰੀਅਲ ਪਾਰਕ ਬਣਨੇ ਨੇ ਉੱਥੇ ਵੀ ਸੋਚ ਸਮਝ ਕੇ ਅਗਲਾ ਫੈਸਲਾ ਜਿਹੜਾ ਵਾ ਉਹ ਲਿਆ ਜਾਵੇ। ਹੁਣ ਆਪਾਂ ਆਉਂਦੇ ਹਾਂ ਨੈਕਸਟ ਤੀਸਰੇ ਮਸਲੇ ਦੇ ਉੱਤੇ। ਮੈਨੂੰ ਪਤਾ ਵਾ ਆਪਣੇ ਕੋਲ 2 ਹੀ ਮਿੰਟ ਹੀ ਆ, ਹੁਣ ਮੈਂ ਬਰੀਫਲੀ ਸ੍ਰੀਲੰਕਾ ਦੇ ਵਿੱਤੀ ਸੰਕਟ ਤੋਂ ਭਾਰਤ ਅਤੇ ਪੰਜਾਬ ਨੂੰ ਕੀ ਸਬਕ ਲੈਣ ਦੀ ਲੋੜ ਹੈ। ਤੁਹਾਨੂੰ ਪਤਾ ਹੀ ਆ ਕਿ ਸ੍ਰੀਲੰਕਾ ਹਾਲਾਂਕਿ ਆਪਣੇ ਪੰਜਾਬ ਤੋਂ ਆਲਮੋਸਟ 3000 ਕਿਲੋਮੀਟਰ ਦੂਰ ਆ, ਪਰ ਫਿਰ ਵੀ ਗੁਆਂਢੀ ਮੁਲਕ ਆ, ਔਰ ਉੱਥੇ ਜੋ ਹੁੰਦਾ ਉਹਦਾ ਅਸਰ ਭਾਰਤ 'ਤੇ ਪੈਂਦਾ ਹੀ ਪੈਂਦਾ ਵਾ। ਉੱਥੇ ਤੁਸੀਂ ਵੇਖਿਆ ਵਾ ਕਿ ਸ੍ਰੀਲੰਕਾ ਬੇਸਿਕਲੀ ਜਿਹੜੀ ਟੂਰਿਜ਼ਮ ਆ ਉਹਦੇ 'ਤੇ ਨਿਰਭਰ ਸੀ, ਪਰ ਉੱਥੇ 2019 ਦੇ ਵਿੱਚ ਅੱਤਵਾਦੀਆਂ ਵੱਲੋਂ ਕੁਝ ਬਲਾਸਟ ਕੀਤੇ ਗਏ, ਉਸ ਤੋਂ ਬਾਅਦ ਫਿਰ ਕੋਵਿਡ ਆ ਗਿਆ। ਸੋ ਉੱਥੇ ਜਿਹੜਾ ਉਹਨਾਂ ਦਾ ਟੂਰਿਜ਼ਮ ਸੀ, ਟੂਰਿਸਟ ਜਾਣੋ ਬੰਦ ਹੋ ਗਏ। ਸੋ ਉਹਨਾਂ ਦੀ ਵਿੱਤੀ ਹਾਲਤ ਜਿਹੜਾ ਨਵਾਂ ਰਾਸ਼ਟਰਪਤੀ 2.5 ਸਾਲ ਪਹਿਲਾਂ ਚੁਣਿਆ ਗਿਆ ਸੀ ਉਹ ਤੋਂ ਕੰਟਰੋਲ ਨਹੀਂ ਹੋਈ, ਔਰ ਹੌਲੀ ਹੌਲੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹਨੂੰ ਮੁਲਕ ਛੱਡਣਾ ਪਿਆ, ਭੱਜਣਾ ਪਿਆ, ਔਰ ਮਾਲਦੀਵਸ ਦੇ ਵਿੱਚ ਜਾ ਕੇ ਲੁਕਣਾ ਪਿਆ। ਹੁਣ ਉੱਥੇ ਐਮਰਜੈਂਸੀ ਲੱਗੀ ਹੋਈ ਹੈ। ਭਾਰਤ ਦੇ ਉੱਤੇ ਇਹਦਾ ਡਾਇਰੈਕਟਲੀ ਅਸਰ ਪੈ ਸਕਦਾ ਕਿਉਂਕਿ ਸਾਡਾ ਗੁਆਂਢੀ ਸੂਬਾ ਵਾ। ਹਾਲਾਂਕਿ ਭਾਰਤ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ, ਲੇਕਿਨ ਉਨੀ ਖਰਾਬ ਵੀ ਨਹੀਂ ਜਿੰਨੀ ਸ੍ਰੀਲੰਕਾ ਦੀ ਸੀ। ਜੇ ਉੱਥੇ ਸ੍ਰੀਲੰਕਾ ਦੇ ਵਿੱਚ 17% ਦੀ ਇਨਫਲੇਸ਼ਨ ਰੇਟ ਸੀ, ਸਾਡਾ ਸਿਰਫ 7% ਦੀ ਇਨਫਲੇਸ਼ਨ ਰੇਟ ਹੈ। ਡਾਲਰ ਦੇ ਅਗੇਂਸਟ ਸਾਡਾ ਰੂਪੀ ਡਿਪਰੀਸ਼ੀਏਟ ਕਰ ਰਿਹਾ ਵਾ, 80 ਰੁਪਏ $1 ਦੀ ਇਸ ਵੇਲੇ ਕੀਮਤ ਆ। ਲੇਕਿਨ ਫਿਰ ਵੀ ਜੇ ਆਪਾਂ ਯੂਰੋ ਜਾਂ ਬ੍ਰਿਟਿਸ਼ ਪਾਉਂਡ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਹਾਲਾਤ ਉਨੇ ਖਰਾਬ ਨਹੀਂ ਜਿੰਨੇ ਬਾਕੀ ਥਾਵਾਂ 'ਤੇ ਹਨ। ਸਥਿਤੀ ਸੁਧਰ ਸਕਦੀ ਹੈ। ਠੀਕ ਆ, ਸਾਡੇ 8 ਸਾਲਾਂ ਦੇ ਜਿਹੜਾ ਫੋਰਨ ਡੈਟ ਹੈ ਜਿਹੜਾ ਉਹ ਵਧਿਆ ਵਾ 400 ਬਿਲੀਅਨ ਤੋਂ 600 ਬਿਲੀਅਨ ਹੋ ਗਿਆ, ਲੇਕਿਨ ਸਾਡੇ ਕੋਲ ਹਾਲੀ 600 ਬਿਲੀਅਨ ਦੇ ਫੋਰੈਕਸ ਦੇ ਰਿਜ਼ਰਵ ਵੀ ਹੈ। ਤੁਹਾਨੂੰ ਯਾਦ ਹੋਊਗਾ 1991 ਦੇ ਵਿੱਚ ਇੱਕ ਕ੍ਰਾਈਸਿਸ ਆਇਆ ਸੀ, ਪਰ ਉਦੋਂ ਅਸੀਂ ਆਪਣਾ ਜਿਹੜਾ ਸਾਡੇ ਕੋਲ ਸੋਨੇ ਦਾ ਰਿਜ਼ਰਵ ਸੀ, ਸੋਨਾ ਸੀ, ਗੋਲਡ ਸੀ, ਉਹਨੂੰ ਅਸੀਂ ਵੇਚਿਆ ਅਤੇ ਅਸੀਂ ਉਸ ਕ੍ਰਾਈਸਿਸ ਤੋਂ ਨਿਕਲ ਆਏ। ਸੋ ਹੁਣ ਵੀ ਅਸੀਂ ਕ੍ਰਾਈਸਿਸ ਤੋਂ ਨਿਕਲਣ ਦੀ ਲੋੜ ਆ। ਕੇਂਦਰ ਸਰਕਾਰ ਜ਼ਰੂਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ, ਲੇਕਿਨ ਨਾਲ ਖਤਰਾ ਉਹਨਾਂ ਸੂਬਿਆਂ ਵਾਸਤੇ ਵੀ ਹੈ ਜਿੱਥੇ ਵਿੱਤੀ ਹਾਲਤ ਬਹੁਤ ਖਰਾਬ ਆ, ਔਰ ਪੰਜਾਬ ਉਹਨਾਂ 5 ਸੂਬਿਆਂ ਦੇ ਵਿੱਚ ਆ ਜਿਹਦੇ ਬਾਰੇ ਰਿਜ਼ਰਵ ਬੈਂਕ ਨੇ ਆਲਰੇਡੀ ਵਾਰਨਿੰਗ ਦਿੱਤੀ ਆ ਵੀ ਇੱਥੇ ਜਿਹੜਾ ਗਰੋਥ ਰੇਟ ਆ ਉਹਦੇ ਨਾਲੋਂ ਜ਼ਿਆਦਾ ਜਿਹੜਾ ਕਰਜ਼ੇ ਦਾ ਰੇਟ ਹੈ ਉਹ ਵੱਧ ਰਿਹਾ ਵਾ। ਇਸ ਵੇਲੇ ਡੈਟ ਟੂ GDP ਰੇਸ਼ੀਓ ਪੰਜਾਬ ਦੇ ਵਿੱਚ 53% ਹੈ, ਹਾਲਾਂਕਿ ਸੀਲਿੰਗ 20% ਦੀ ਹੈ। ਸੋ ਹਾਲਾਤ ਵਿੱਤੀ ਹਾਲਤ ਕਾਫੀ ਖਰਾਬ ਆ, ਆਰਥਿਕ ਹਾਲਤ ਕਾਫੀ ਖਰਾਬ ਆ, ਔਰ ਆਮ ਆਦਮੀ ਪਾਰਟੀ ਨੇ ਜਿਹੜੇ ਪ੍ਰੋਮਿਸਿਸ ਕੀਤੇ ਆ ਉਹਦੇ ਨਾਲ ਸਰਕਾਰ ਦੇ ਉੱਤੇ ਹੋਰ ਬੋਝ ਪਊਗਾ। ਇਸ ਵੇਲੇ ਆਲਮੋਸਟ 3 ਲੱਖ ਕਰੋੜ ਦਾ ਕਰਜ਼ਾ ਵਾ, 24-25 ਹਜ਼ਾਰ ਕਰੋੜ ਪਿਛਲੀ ਸਰਕਾਰ ਦੀਆਂ ਕਮਿਟਮੈਂਟਸ ਹੈ ਜਿਹੜੀਆਂ ਨੇ ਪੂਰੀਆਂ ਕਰਨੀਆਂ ਵਾ। ਜਿਹੜਾ ਆਲਰੇਡੀ ਜਿਹੜਾ ਇਸ ਵੇਲੇ ਫ੍ਰੀ ਬੀਜ਼ ਜਾਂ ਜਿਹੜੇ ਸਬਸਿਡੀਜ਼ ਮਿਲਦੀਆਂ ਵਾ ਉਹਦੇ ਜੋ ਆਮ ਆਦਮੀ ਪਾਰਟੀ ਨੇ ਅਨਾਊਂਸ ਕੀਤਾ ਉਹਦੇ 'ਚ 15 ਤੋਂ 16 ਹਜ਼ਾਰ ਕਰੋੜ ਹੋਰ ਵਾਧਾ ਹੋਊਗਾ। ਸੋ ਜ਼ਾਹਿਰ ਹੈ ਕਿ ਸਾਡਾ ਜਿਹੜਾ ਡੈਟ ਹੈ ਪੰਜਾਬ ਦੇ ਉੱਤੇ ਉਹ ਹੋਰ ਵੱਧ ਸਕਦਾ ਵਾ। ਸੋ ਇਹ ਬੜੀ ਵੱਡੀ ਖਤਰੇ ਦੀ ਘੰਟੀ ਆ, ਔਰ ਮੇਰਾ ਖਿਆਲ ਹੈ ਪੰਜਾਬ ਸਰਕਾਰ ਨੂੰ ਆਪਣਾ ਡੈਟ ਕੰਟਰੋਲ ਕਰਨ ਦੀ ਲੋੜ ਹੈ। ਕੁਝ ਫ੍ਰੀ ਬੀਜ਼ ਅਨਾਊਂਸ ਕਰ ਚੁੱਕੇ ਆ, ਸ਼ਾਇਦ ਲੋਕਾਂ ਤੋਂ ਮਾਫੀ ਮੰਗਣੀ ਇਹਨਾਂ ਨੂੰ ਚਾਹੀਦੀ ਹੈ ਕਿ ਅਸੀਂ ਇਹ ਪੂਰੀਆਂ ਨਹੀਂ ਕਰ ਸਕਾਂਗੇ, ਕਿਉਂਕਿ ਜੇ ਅਸੀਂ ਇਹ ਫ੍ਰੀ ਬੀਜ਼ ਦਿੰਦੇ ਆ ਔਰ ਕਰਜ਼ਾ ਹੋਰ ਵੱਧ ਜਾਂਦਾ ਵਾ 4 ਲੱਖ ਕਰੋੜ ਜਾਂ ਅਗਲੇ ਸਾਲਾਂ ਦੇ ਵਿੱਚ ਉਸ ਤੋਂ ਵੀ ਵੱਧ ਜਾਂਦਾ ਵਾ, ਅਤੇ ਇੱਕ ਖਦਸ਼ਾ ਵਾ ਫਾਈਨੈਂਸ਼ੀਅਲ ਐਮਰਜੈਂਸੀ ਵੀ ਲੱਗ ਸਕਦੀ ਹੈ। ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 360 ਦੇ ਵਿੱਚ ਪ੍ਰੋਵੀਜ਼ਨ ਹੈ ਫਾਈਨੈਂਸ਼ੀਅਲ ਐਮਰਜੈਂਸੀ ਦੀ, ਹਾਲਾਂਕਿ ਮੁਲਕ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਅੱਜ ਤੱਕ ਲੱਗੀ ਨਹੀਂ। ਮੁਲਕ ਦੇ ਵਿੱਚ ਵੀ ਲੱਗ ਸਕਦੀ ਆ, ਮੁਲਕ ਦੇ ਇੱਕ ਹਿੱਸੇ 'ਚ ਵੀ ਲੱਗ ਸਕਦੀ ਹੈ। ਸੋ ਆਮ ਆਦਮੀ ਪਾਰਟੀ ਸਰਕਾਰ ਨੂੰ ਬਹੁਤ ਸੰਭਲ ਕੇ ਚੱਲਣਾ ਪਊਗਾ ਕਿ ਕਿਤੇ ਅਸੀਂ ਫਾਈਨੈਂਸ਼ੀਅਲ ਐਮਰਜੈਂਸੀ ਵੱਲ ਸਥਿਤੀ ਨਾ ਵਧੇ, ਔਰ ਇਹਨੂੰ ਜਲਦੀ ਤੋਂ ਜਲਦੀ ਕੰਟਰੋਲ ਕੀਤਾ ਜਾਵੇ। ਸ੍ਰੀਲੰਕਾ ਦੇ ਵਿੱਚ ਵੇਖ ਲਿਆ ਤੁਸੀਂ ਕਿ ਕਿਵੇਂ ਆਰਥਿਕ ਸਥਿਤੀ ਜਿਹੜੀ ਆ ਕਲੈਪਸ ਕਰ ਗਈ। ਸੋ ਇਹੋ ਜਿਹਾ ਕਲੈਪਸ ਤੋਂ ਬਚਣ ਦੀ ਸਿਰਫ ਆਪਣੇ ਮੁਲਕ ਨੂੰ ਤਾਂ ਲੋੜ ਹੈ ਹੀ ਹੈ, ਪੰਜਾਬ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜੇ ਇਹੋ ਜਿਹੀ ਸਥਿਤੀ ਵਿਗੜਦੀ ਰਹੀ ਤਾਂ ਕੇਂਦਰ ਪੰਜਾਬ ਦੇ ਵਿੱਚ ਜਾਂ ਹੋਰ ਇਹੋ ਜਿਹੇ ਸੂਬੇ ਜਿੱਥੇ ਵਿੱਤੀ ਹਾਲਤ ਖਰਾਬ ਆ ਉੱਥੇ ਦਖਲ ਦੇ ਸਕਦਾ ਵਾ। ਸੋ ਅੱਜ ਦੇ ਓਵਰਵਿਊ ਦੇ ਵਿੱਚ ਇਹ 3 ਗੱਲਾਂ 'ਤੇ ਮੈਂ ਤੁਹਾਡੇ ਨਾਲ ਵਿਸ਼ਲੇਸ਼ਣ ਕਰ ਰਿਹਾ ਸਾਂ, ਅਤੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਨੇ। ਅਤੇ ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਹੈਲੋ ਹੈਲੋ Hello. ਹੈਲੋ Hello. ਬਾਹਰ ਵਸਦੇ ਪੰਜਾਬੀਆਂ ਨੂੰ ਆਪਣਿਆਂ ਨਾਲ ਜੋੜਨ ਲਈ, ਵਤਨੋਂ ਪਾਰ ਵਸਦਿਆਂ ਨੂੰ ਆਪਣੀ ਮਿੱਟੀ ਦੀ ਝਲਕ ਦੇਣ ਲਈ, ਖਬਰ ਹੀ ਨਹੀਂ ਉਸ ਦੀ ਤਹਿ ਤੱਕ ਜਾ ਕੇ ਸੱਚਾਈ ਤੁਹਾਡੇ ਤੱਕ ਪਹੁੰਚਾਉਣ ਲਈ
ਤੁਹਾਡੀ ਆਵਾਜ਼ ਤੁਹਾਡੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਮੁੜ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਹੋਸਟ ਉੱਗੇ ਪੱਤਰਕਾਰ ਕੰਵਰ ਸੰਧੂ। ਇਹ ਸ਼ੋਅ ਇਸ ਵੇਲੇ ਲਾਈਵ ਟੈਲੀਕਾਸਟ ਹੈ। ਇੱਕ ਵਾਰ ਫੇਰ ਤੋਂ ਪੇਸ਼ ਕਰ ਰਹੇ ਹਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਕੰਵਰ ਸੰਧੂ। ਕਿਉਂਕਿ ਇਹ ਕਾਲ-ਇਨ ਸ਼ੋਅ ਆ, ਤੁਸੀਂ ਵੀ ਇਹਦੇ 'ਚ ਹਿੱਸਾ ਲੈ ਸਕਦੇ ਜੇ। ਹੈਲੋ ਗਲੋਬਲ ਪੰਜਾਬ। ਸਮਾਜ ਦੀ ਹਰ ਖਬਰ ਤੇ ਨਜ਼ਰ ਹੀ ਨਹੀਂ, ਡੂੰਘਾਈ ਨਾਲ ਪੜਚੋਲ ਦਾ ਓਵਰਵਿਊ ਕਮਰ ਸੰਧੂ ਦੇ ਨਾਲ।